ANP ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ। ਅਸੀਂ ਅੱਜ ਫਿਰ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੀ ਕੀ ਸਥਿਤੀ ਹੈਗੀ ਔਰ ਪੰਜਾਬ ਸਰਕਾਰ ਵੱਲੋਂ ਕੀ ਕਦਮ ਚੁੱਕੇ ਗਏ ਨੇ। ਨਾਲ ਦੀ ਨਾਲ ਕਿਉਂਕਿ ਕਣਕ ਦਾ ਸੀਜ਼ਨ ਆ, ਮੰਡੀਆਂ ਦੇ ਵਿੱਚ ਕਣਕ ਦੀ ਕੀ ਲਿਫਟਿੰਗ ਹੋ ਰਹੀ ਹੈ ਉਸ ਮੁਤਲਕ ਵੀ ਗੱਲਬਾਤ ਕਰਾਂਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਇਸ ਮਸਲੇ 'ਚ ਸਰਕਾਰ ਨੂੰ ਘੇਰਿਆ। ਔਰ ਰਹੀ ਗੱਲ ਕਾਂਗਰਸ ਪਾਰਟੀ ਦੀ, ਉਹਨਾਂ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆਂਦਾ। ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹੁਣ ਤੱਕ ਜਿਹੜੀ ਕਰੀਬ 6 ਵਜੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਹਦੇ ਮੁਤਾਬਕ ਜੀ ਪੰਜਾਬ 'ਚ ਕਰੋਨਾ ਤੋਂ 336 ਲੋਕ ਪੀੜਤ ਹੋ ਚੁੱਕੇ ਨੇ ਜੀ। ਲਗਾਤਾਰ ਕੇਸਾਂ 'ਚ ਵਾਧਾ ਹੋਇਆ ਜਾ ਰਿਹਾ ਔਰ ਕਾਫੀ ਗਿਣਤੀ ਵੱਧ ਰਹੀ ਹੈ। ਔਰ ਨਾਲ ਦੀ ਨਾਲ ਕਿਉਂਕਿ ਜਿਹੜੇ ਸ਼ਰਧਾਲੂ ਹਜੂਰ ਸਾਹਿਬ ਨਤਮਸਤਕ ਹੋ ਕੇ ਆਏ ਸੀ, ਉਹਨਾਂ ਦੀ ਮੈਂ ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ। ਜਿਸ ਤਰ੍ਹਾਂ ਤਰਨਤਾਰਨ ਦੇ ਪਿੰਡ ਸੁਰ ਸਿੰਘ ਝਬਾਲ ਦੀ ਗੱਲ ਹੈ ਕਿ ਉੱਥੇ ਕੱਲ ਜਿਹੜੇ ਮਰੀਜ਼ ਆ ਉਹ ਕਰੋਨਾ ਤੋਂ ਪਾਏ ਗਏ ਸੀ। ਕਰੀਬ 170 ਤੋਂ ਜ਼ਿਆਦਾ ਜਿਹੜੇ ਸ਼ਰਧਾਲੂ ਜ਼ਿਲ੍ਹਾ ਤਰਨਤਾਰਨ ਤੋਂ ਸੰਬੰਧ ਰੱਖਦੇ ਸੀ, ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਭੇਜੀ ਜਾ ਚੁੱਕੀ ਹੈ। ਸੈਂਪਲ ਰਿਪੋਰਟ ਦਾ ਆਉਣਾ ਬਾਕੀ ਆ ਤੇ ਉਮੀਦ ਕਰਦੇ ਕਿ ਜਿਹੜੇ ਅੰਕੜੇ ਉੱਥੇ ਹੁਣ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਉਹ ਅੰਕੜੇ ਉੱਥੋਂ ਤੱਕ ਹੀ ਸੀਮਿਤ ਰਹਿਣ, ਅੱਗੇ ਜਿਹੜੀ ਇਹ ਬਿਮਾਰੀ ਨਾ ਫੈਲੇ, ਅੱਗੇ ਜਿਹੜੀ ਚੇਨ ਆ ਉਹ ਨਾ ਬਣੇ, ਕਿਉਂਕਿ ਬਹੁਤ ਜ਼ਰੂਰੀ ਹੈ ਇਸ ਬਿਮਾਰੀ ਨੂੰ ਠੱਲ ਪਾਉਣਾ, ਰੋਕਣਾ। ਔਰ ਰੋਕਣ ਵਾਸਤੇ ਇਲਾਜ ਚਾਹੇ ਨਹੀਂ ਹੈ, ਲੇਕਿਨ ਸਭ ਤੋਂ ਵੱਡਾ ਇਲਾਜ ਆ ਕਿ ਖੁਦ ਤੇ ਸਾਨੂੰ ਕੰਟਰੋਲ ਕਰਨਾ ਪਏਗਾ। ਸਾਨੂੰ ਜਿਹੜਾ ਫਿਜ਼ੀਕਲ ਡਿਸਟੈਂਸ ਆ ਉਹ ਸਾਨੂੰ ਦੂਰੀ ਬਣਾਈ ਰੱਖਣੀ ਪੈਣੀ ਆ ਹਰ ਹਾਲਤ ਦੇ ਵਿੱਚ, ਇਹ ਸਾਡੀ ਜ਼ਿੰਮੇਵਾਰੀ ਆ। ਔਰ ਪੰਜਾਬ 'ਚ ਹੁਣ ਤੱਕ 19 ਮੌਤਾਂ ਹੋ ਚੁੱਕੀਆਂ ਨੇ ਤੇ 101 ਜਿਹੜਾ ਮਰੀਜ਼ ਆ ਉਹ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਬੌੜ ਚੁੱਕਾ ਹੈਗਾ, ਇਹ ਵੀ ਇੱਕ ਚੰਗੀ ਖਬਰ ਆ। ਔਰ ਪੰਜਾਬ 'ਚ 27,021 ਲੋਕਾਂ ਦੇ ਜਿਹੜੇ ਸੈਂਪਲ ਲਏ ਸੀ, ਜਿਨ੍ਹਾਂ 'ਚੋਂ 13,444 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਆ, ਇਹ ਵੀ ਇੱਕ ਚੰਗੀ ਗੱਲ ਹੈ ਜੀ। ਤੇ 3577 ਦੇ ਕਰੀਬ ਲੋਕਾਂ ਦੀ ਹਜੇ ਜਿਹੜੀ ਰਿਪੋਰਟ ਆਉਣੀ ਬਾਕੀ ਆ। ਇਹ ਪੰਜਾਬ ਦੀ ਸਥਿਤੀ ਆ ਕਿ ਪੰਜਾਬ 'ਚ ਟੋਟਲ ਜਿਹੜੇ 6 ਵਜੇ ਦੇ ਕਰੀਬ ਜਿਹੜੇ ਡਿਪਾਰਟਮੈਂਟ ਵੱਲੋਂ ਅੰਕੜੇ ਸਾਂਝੇ ਕੀਤੇ ਗਏ ਨੇ, ਉਹਦੇ ਜਾਣਕਾਰੀ ਇਹ ਤੁਹਾਨੂੰ ਦੱਸ ਦਿੱਤੀ ਕਿ ਪੰਜਾਬ 'ਚ 336 ਜਿਹੜੇ ਮਰੀਜ਼ ਹੋ ਚੁੱਕੇ। ਹਾਲਾਂਕਿ ਕੱਲ 327 ਸੀ, ਲੇਕਿਨ ਲਗਾਤਾਰ ਗਿਣਤੀ ਵੱਧ ਰਹੀ ਆ। ਜਿਵੇਂ ਤਰਨਤਾਰਨ ਦੇ ਵਿੱਚ ਗ੍ਰੀਨ ਜ਼ੋਨ ਸੀ, ਲੇਕਿਨ ਉਹਦੇ 'ਚ ਵੀ ਜਿਹੜੇ ਸ਼ਰਧਾਲੂ ਗਏ ਸੀ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਪਾਈ ਗਈ। ਔਰ ਇੱਕ ਵਿਚਾਰੀ ਲੜਕੀ ਜਿਹੜੀ ਹਸਪੀਟਲ ਦੇ ਵਿੱਚ ਦਾਖਲ ਸੀ, ਸਜੀਰਨ ਕੇਸ ਸੀ, ਔਰ ਉਹ ਵੀ ਉਹਨਾਂ ਦੇ ਸੰਪਰਕ 'ਚ ਆ ਚੁੱਕੀ ਸੀ ਸ਼ਰਧਾਲੂਆਂ ਦੇ, ਉਹ ਵੀ ਕਰੋਨਾ ਤੋਂ ਪੀੜਤ ਪਾਈ ਗਈ ਆ। ਇਹ ਤਰਨਤਾਰਨ ਦੀ ਤਸਵੀਰ ਆ। ਲੇਕਿਨ ਕਿਤੇ ਨਾ ਕਿਤੇ ਕਹਿ ਸਕਦੇ ਕਿ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਹੋ ਸਕਦੀ ਕਿ ਜਿਹੜੇ ਸ਼ਰਧਾਲੂ ਆਏ ਸੀ ਉਹਨਾਂ ਨੂੰ ਇਕਾਂਤਵਾਸ ਕਿਉਂ ਨਹੀਂ ਰੱਖਿਆ ਗਿਆ, ਉਹਨਾਂ ਨੂੰ ਆਈਸੋਲੇਟ ਕਿਉਂ ਨਹੀਂ ਕੀਤਾ ਗਿਆ। ਇਹ ਬਹੁਤ ਵੱਡੀ ਲਾਪਰਵਾਹੀ ਆ। ਔਰ ਅਜਿਹੀ ਲਾਪਰਵਾਹੀ ਨਾ ਹੋਵੇ, ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਪੰਜਾਬ ਸਰਕਾਰ ਨੂੰ ਇਹ ਹੋਰ ਸਖਤ ਹਦਾਇਤਾਂ ਦੇਣੀਆਂ ਪੈਣਗੀਆਂ ਆਪਣੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ, ਕਿਉਂਕਿ ਬਹੁਤ ਸਾਰਾ ਜਿਹੜਾ ਪ੍ਰਸ਼ਾਸਨ ਹੈ, ਲੋਕ ਹੁਣ ਗੱਲਾਂ ਕਰਨ ਲੱਗ ਪਏ ਨੇ ਕਿ ਪ੍ਰਸ਼ਾਸਨ ਡਰਾਮੇਬਾਜ਼ੀ ਤੇ ਉਤਰ ਆਇਆ। ਫਲੈਗ ਮਾਰਚ ਕੀਤੇ ਜਾ ਰਹੇ ਨੇ, ਫੋਟੋਆਂ ਖਿਚਵਾਈਆਂ ਜਾ ਰਹੀਆਂ ਨੇ, ਲੰਗਰ ਵਰਤਾ ਕੇ ਫੋਟੋਆਂ ਖਿਚਾਈਆਂ ਜਾ ਰਹੀਆਂ ਨੇ। ਔਰ ਜਿਹੜਾ ਕੰਮ ਕਰਨ ਦੀ ਲੋੜ ਆ, ਜਿੱਥੇ ਕਰੋਨਾ ਮਹਾਮਾਰੀ ਨੂੰ ਜਿੱਤਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉੱਥੇ ਸਾਨੂੰ ਹੋਰ ਚਕੰਨਾ ਹੋਣ ਦੀ ਲੋੜ ਆ, ਨਹੀਂ ਤਾਂ ਅਸੀਂ ਇਹ ਜੰਗ ਹਾਰ ਜਾਵਾਂਗੇ। ਇਸ ਕਰਕੇ ਪ੍ਰਸ਼ਾਸਨ ਨੂੰ, ਸਰਕਾਰ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਆ, ਸਖਤ ਹੋਣ ਦੀ ਲੋੜ ਆ। ਔਰ ਲਾਪਰਵਾਹੀ ਤੋਂ ਬਚਣਾ ਚਾਹੀਦਾ, ਨਾਕਾਮੀਆਂ ਤੋਂ ਬਚਣਾ ਚਾਹੀਦਾ, ਗੰਭੀਰਤਾ ਦਿਖਾਉਣੀ ਚਾਹੀਦੀ ਹੈਗੀ ਆ, ਕਿਉਂਕਿ ਬਿਮਾਰੀ ਬਹੁਤ ਵੱਡੀ ਆ। ਔਰ ਜਿਹੜੇ ਪੰਜਾਬ ਦੇ ਵਿੱਚ ਕਹਿ ਸਕਦੇ ਕਿ ਜਿਹੜੇ ਮਾਮਲੇ ਨਵੇਂ ਆਏ ਨੇ, ਉਹਨਾਂ 'ਚ ਲੁਧਿਆਣਾ ਤੋਂ ਨੇ ਮਾਮਲੇ ਜੀ ਜਿਹੜੇ ਵਧੇ ਨੇ, ਤੇ ਜਵਾਹਰਪੁਰ ਜਿਹੜਾ ਮੋਹਾਲੀ ਦਾ ਜਿਹੜਾ ਟਾਊਨ ਹੈ ਜਿੱਥੇ ਵੀ ਕਾਫੀ ਗਿਣਤੀ ਵਧੀ ਸੀ। ਤੇ ਇਸ ਕਰਕੇ ਇਹ ਜਿਹੜੀ ਗਿਣਤੀ ਆ, ਜਿਹੜੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ, ਉਹਨਾਂ ਨੇ ਦੱਸਿਆ ਕਿ ਇੱਕ ਜਿਹੜਾ ਪੋਜ਼ਿਟਿਵ ਕੇਸ ਹੈ ਜੀ, ਉਹਦੇ ਨਾਲ 2 ਨੇ, ਇੱਕ ਦੀ ਉਮਰ 47 ਸਾਲ ਹੈ ਤੇ ਇੱਕ ਦੀ 60 ਸਾਲ ਆ। ਤੇ ਜਿਹੜਾ 65 ਕੇਸ ਨੇ ਮੋਹਾਲੀ 'ਚ ਹੋ ਚੁੱਕੇ ਨੇ, 30 ਠੀਕ ਹੋ ਚੁੱਕੇ ਨੇ, 33 ਐਕਟਿਵ ਨੇ, ਔਰ ਮੋਹਾਲੀ 'ਚ 2 ਜਿਹੜੀ ਡੈਥ ਹੋ ਚੁੱਕੀ ਸੀ। ਔਰ ਜਿਹੜੇ ਸੈਂਪਲ ਲਏ ਗਏ ਨੇ ਉਹ 1331 ਲੋਕਾਂ ਦੇ ਲਏ ਗਏ ਨੇ। ਇਹ ਪੰਜਾਬ ਦੀ ਤਸਵੀਰ ਆ, ਮੋਹਾਲੀ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਨੂੰ ਦੱਸੀ ਹੈਗੀ ਕਿ ਹਾਲਾਤ ਕਿਹੋ ਜਿਹੇ ਨੇ ਬਣੇ ਹੋਏ ਨੇ। ਔਰ ਇਹ ਲਗਾਤਾਰ ਲੋਕਾਂ ਨੂੰ ਹੁਣ ਇਸ 'ਤੇ ਬਹੁਤ
ਕੰਮ ਕਰਨ ਦੀ ਜ਼ਰੂਰਤ ਹੈ, ਲੋਕਾਂ ਨੂੰ ਬਹੁਤ ਜ਼ਿਆਦਾ ਖੁਦ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਆ, ਸੁਚੇਤ ਹੋਣ ਦੀ ਜ਼ਰੂਰਤ ਆ, ਤਾਂ ਅਸੀਂ ਇਹ ਜੰਗ ਜਿੱਤਾਂਗੇ। ਔਰ ਨਾਲ ਦੀ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਜਿਹੜੇ ਫੂਡ ਸਪਲਾਈ ਮੰਤਰੀ ਆ ਭਾਰਤ ਭੂਸ਼ਣ ਆਸ਼ੂ, ਉਹਨਾਂ ਨੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿਹੜੇ ਦੁਕਾਨਦਾਰਾਂ ਨੇ, ਜਿਹੜੇ ਲੋਕਾਂ ਨੇ ਇਸ ਮੌਕੇ ਵੀ ਠੱਗੀ ਮਾਰੀ ਹੈ, ਇਸ ਮੌਕੇ ਵੀ ਉਹਨਾਂ ਨੇ ਸਮੇਂ ਦੀ ਨਜ਼ਾਕਤ ਨੂੰ ਨਹੀਂ ਦੇਖਿਆ ਹੈਗਾ, ਪੈਸੇ ਕਮਾਉਣ ਦੇ ਚੱਕਰ 'ਚ ਉਹਨਾਂ ਨੇ ਵੱਧ ਰੇਟ ਲਏ ਨੇ, ਦੁੱਗਣੇ ਭਾਅ ਲਏ ਨੇ, ਉਹਨਾਂ ਨੂੰ ਜੁਰਮਾਨੇ ਠੋਕੇ ਗਏ ਨੇ। ਔਰ ਇਹਨਾਂ ਲੋਕਾਂ ਕੋਲ ਨੂੰ ਜੁਰਮਾਨਾ ਕੋਈ ਲਗਭਗ 7,94,000 ਦਾ ਜੁਰਮਾਨਾ ਠੋਕਿਆ ਗਿਆ। ਔਰ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਹਨਾਂ 'ਚ 892 ਦੁਕਾਨਾਂ, ਪੈਟਰੋਲ ਪੰਪ, ਗੈਸ ਏਜੰਸੀਆਂ ਅਤੇ ਮੈਡੀਕਲ ਸਟੋਰ ਤੇ ਛਾਪੇ ਮਾਰੇ ਗਏ ਸੀ, ਜਿਨ੍ਹਾਂ 'ਚੋਂ 280 ਵਪਾਰਕ ਜਿਹੜੀਆਂ ਸੰਸਥਾਵਾਂ ਵੱਲੋਂ ਜਿਹੜੇ ਕੀਮਤਾਂ ਵੱਧ ਵਸੂਲੀਆਂ ਗਈਆਂ ਸੀ, ਉਹਨਾਂ ਨੂੰ ਕਰੀਬ ਜਿਹੜਾ 8 ਲੱਖ ਦਾ ਜੁਰਮਾਨਾ ਪਾਇਆ ਗਿਆ ਜੀ। ਇਹ ਜਿਹੜੇ ਸਰਕਾਰ ਨੇ ਇਹ ਕਾਰਵਾਈ ਕੀਤੀ, ਕਿਉਂਕਿ ਲੋਕੀ ਸਮੇਂ ਨੂੰ ਨਹੀਂ ਦੇਖ ਰਹੇ, ਔਖੇ ਦਿਨਾਂ ਨੂੰ ਦੇਖ ਰਹੇ ਕਿ ਕਿੰਨੇ ਮਾੜੇ ਦਿਨ ਨੇ, ਬੁਰੇ ਦਿਨ ਨੇ, ਤੇ ਲੋਕ ਕਿੰਨੀ ਵਿਪਤਾ ਦੇ ਵਿੱਚ ਫਸੇ ਹੋਏ ਨੇ, ਤੇ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਹ ਕਰੀਬ 7,94,000 ਦਾ ਜਿਹੜਾ ਇਹਨਾਂ ਲੋਕਾਂ ਨੂੰ ਜੁਰਮਾਨਾ ਠੋਕਿਆ ਗਿਆ। ਔਰ ਨਾਲ ਦੀ ਨਾਲ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਹਲਕੇ ਦੀਆਂ ਜਿਹੜੇ ਉਹਨਾਂ ਜਲਾਲਾਬਾਦ ਹਲਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ, ਔਰ ਉਹਨਾਂ ਨੇ ਸਰਕਾਰ ਤੇ ਇਲਜ਼ਾਮ ਲਗਾਏ ਨੇ, ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਗਾਏ ਨੇ ਕਿ ਮੰਡੀਆਂ 'ਚ ਕਣਕ ਦੀ ਚੁਕਾਈ ਨਾ ਹੋਣ ਕਰਕੇ, ਲਿਫਟਿੰਗ ਨਾ ਹੋਣ ਕਰਕੇ ਬਹੁਤ ਪ੍ਰਭਾਵਿਤ ਹੋ ਰਹੀ ਹੈ ਤੇ ਕਿਸਾਨ ਪਰੇਸ਼ਾਨ ਆ। ਔਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 54 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ, ਲੇਕਿਨ ਅਸਲੀਅਤ ਇਹ ਹੈ ਕਿ ਸਿਰਫ 29 ਲੱਖ ਮੀਟ੍ਰਿਕ ਕਣਕ ਦੀ ਹੀ ਲਿਫਟਿੰਗ ਹੋਈ ਹੈ। ਅੱਜ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਣਕ ਦੀ ਖਰੀਦ 'ਚ ਤੇਜ਼ੀ ਲਿਆਉਣ ਵਾਸਤੇ ਤੁਰੰਤ ਲੋੜੀਂਦੇ ਕਦਮ ਚੁੱਕਣ, ਨਹੀਂ ਤੇ ਜਿਹੜੀ ਕਣਕ ਮੰਡੀਆਂ ਵਿੱਚ ਖਰਾਬ ਹੋਏਗੀ। ਉਹਨਾਂ ਨੇ ਅੱਜ ਫਾਜ਼ਿਲਕਾ ਵਿੱਚ ਜਲਾਲਾਬਾਦ ਦੀ ਜਿਹੜੀ ਦਾਣਾ ਮੰਡੀ ਆ ਉਹਦਾ ਦੌਰਾ ਕੀਤਾ ਹੈਗਾ, ਤੇ ਉਹਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ, ਮੰਡੀਆਂ ਕਣਕ ਦੇ ਢੇਰਾਂ ਦੇ ਨਾਲ ਨੱਕੋ ਨੱਕ ਭਰ ਚੁੱਕੇ ਹੈਗੇ ਨੇ, ਅੰਬਰ ਬਣਦੇ ਜਾ ਰਹੇ ਨੇ, ਔਰ ਇਸ ਕਰਕੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਔਰ ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਬੋਨਸ ਦੇਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਪੰਜਾਬ ਸਰਕਾਰ ਨੂੰ ਬੋਨਸ ਐਲਾਨ ਦੇਣਾ ਚਾਹੀਦਾ, ਕਿਉਂਕਿ ਐਰਕੀ ਜਿਹੜਾ ਝਾੜ ਆ ਉਹ ਘੱਟ ਹੋਇਆ, ਲੇਕਿਨ ਕਿਸਾਨਾਂ ਦਾ ਜਿਹੜਾ ਖਰਚਾ ਵਾ ਉਹ ਬਹੁਤ ਜ਼ਿਆਦਾ ਹੋਇਆ। ਇਸ ਕਰਕੇ ਸਰਕਾਰ ਨੂੰ ਇਸ ਔਖੀ ਘੜੀ ਦੇ ਵਿੱਚ ਬਾਂਹ ਫੜਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ। ਔਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮਜੀਤ ਮਜੀਠੀਆ ਨੇ ਵੀ ਪੰਜਾਬ ਸਰਕਾਰ ਨੂੰ ਘੇਰ ਕੇ ਜਵਾਬ ਮੰਗਿਆ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕਰੋਨਾ ਤੋਂ ਜਿਹੜੀ ਮੌਤ ਦਰ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਆ, ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਹੋਰ ਸੁਚੇਤ ਹੋਣ ਦੀ ਲੋੜ ਆ, ਹੋਰ ਹੈਲਥ ਸਰਵਿਸ ਦੇ ਵਿੱਚ ਧਿਆਨ ਦੇਣ ਦੀ ਲੋੜ ਆ, ਕਿਉਂਕਿ ਬਹੁਤ ਜ਼ਿਆਦਾ ਮੌਤ ਦਰ ਪੰਜਾਬ ਦੇ ਵਿੱਚ ਆ, ਔਰ ਸਰਕਾਰ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈਗੀ ਆ। ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸਿੱਧਵਾਂ ਨੇ ਵੀ ਇਸ ਮਸਲੇ ਦੇ ਵਿੱਚ ਸਰਕਾਰ ਦੀ ਜਵਾਬ ਤਲਬੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਜਿਹੜੀ ਕਣਕ ਦੀ ਜਿਹੜੀ ਲਿਫਟਿੰਗ ਨਹੀਂ ਹੋ ਰਹੀ, ਉਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਨਰਿੰਦਰ ਮੋਦੀ ਦੀ ਸਰਕਾਰ, ਦੋਨੇ ਸਰਕਾਰਾਂ ਜ਼ਿੰਮੇਵਾਰ ਨੇ, ਔਰ ਇਹ ਦੋਨੇ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਰਹੀਆਂ, ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਰਹੀਆਂ, ਔਰ ਕਿਸਾਨ ਮੰਡੀਆਂ ਦੇ ਵਿੱਚ ਪਰੇਸ਼ਾਨ ਆ। ਉਸ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਸਰਕਾਰ ਨੂੰ ਗੰਭੀਰਤਾ ਦਿਖਾਉਣ ਦੀ ਲੋੜ ਆ, ਨਹੀਂ ਤੇ ਕਿਸਾਨ ਹੋਰ ਪਰੇਸ਼ਾਨ ਹੋ ਜਾਏਗਾ, ਕਿਉਂਕਿ ਪਹਿਲਾਂ ਹੀ ਕਿਸਾਨ ਬਹੁਤ ਔਖੇ ਦਿਨਾਂ 'ਚ ਕੱਟ ਰਿਹਾ ਹੈਗਾ, ਕਿਉਂਕਿ ਬਹੁਤ ਜ਼ਿਆਦਾ ਹਾਲਾਤ ਕਰੋਨਾ ਤੋਂ ਮਾੜੇ ਹੋ ਚੁੱਕੇ ਨੇ, ਤੇ ਇਸ ਕਰਕੇ ਸਰਕਾਰ ਨੂੰ ਤੁਰੰਤ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਆ। ਔਰ ਨਾਲ ਦੀ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰੀਬ 19 ਵਿਧਾਇਕਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹ ਗੱਲਬਾਤ ਕੀਤੀ ਹੈ ਜੀ। ਉਹਦੇ 'ਚ ਵੀ ਕਈ ਸੁਝਾਅ ਜਿਹੜੇ ਉਹਨਾਂ ਨੂੰ ਮਿਲੇ ਹੈਗੇ ਨੇ, ਖਾਸ ਕਰਕੇ ਕਰੋਨਾ ਪ੍ਰਬੰਧਾਂ ਨੂੰ ਲੈ ਕੇ ਕਿਹੋ ਜਿਹੀ ਕਾਰਵਾਈ ਕਰਨੀ ਚਾਹੀਦੀ ਹੈ, ਕਿਹੋ ਜਿਹੇ ਫੀਲਡ ਦੇ ਵਿੱਚ ਕੰਮ ਹੋ ਰਹੇ ਨੇ, ਔਰ ਨਾਲ ਦੀ ਨਾਲ ਜਿਹੜੀ ਕਣਕ ਦੀ ਜਿਹੜੀ ਲਿਫਟਿੰਗ ਦਾ ਜਿਹੜਾ ਮਸਲਾ, ਮੰਡੀਆਂ ਦੇ ਵਿੱਚ ਪ੍ਰੋਕਿਉਰਮੈਂਟ ਦਾ ਮਸਲਾ ਹੈਗਾ, ਉਹਨੂੰ ਲੈ ਕੇ ਵੀ ਇਹ ਸੁਝਾਅ ਮਿਲੇ ਹੈਗੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣੇ ਅਧਿਕਾਰੀਆਂ ਦੇ ਨਾਲ ਔਰ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਵੀ ਸੰਪਰਕ ਦੇ ਵਿੱਚ। ਕੱਲ੍ਹ 30 ਅਪ੍ਰੈਲ ਨੂੰ ਕੈਬਨਿਟ ਮੀਟਿੰਗ ਵੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ,
और ਉਹਦੇ 'ਚ ਵੀ ਲਾਜ਼ਮੀ ਤੌਰ ਤੇ ਇਸ 'ਤੇ ਚਰਚਾ ਹੋਏਗੀ ਕਿ ਅੱਗੇ ਲੋਕਡਾਊਨ 'ਚ ਵਾਧਾ ਕਰਨਾ ਜਾਂ ਕਿਹੋ ਜਿਹੇ ਹਾਲਾਤ ਨੇ, ਔਰ ਨਾਲ ਦੀ ਨਾਲ ਲਿਫਟਿੰਗ ਨੂੰ ਲੈ ਕੇ ਵੀ ਪ੍ਰਬੰਧ ਅਤੇ ਗੱਲਾਂ ਹੋਣਗੀਆਂ। ਔਰ ਬਾਕੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ 20 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ, ਉਸ ਕਮੇਟੀ ਦੀ ਰਿਪੋਰਟ ਵੀ 3 ਮਈ ਨੂੰ ਆਉਣੀ ਆ। ਉਹਦੇ ਤੋਂ ਬਾਅਦ ਇਹ ਫੈਸਲਾ ਲਿਆ ਜਾਊਗਾ ਕਿ ਅਗਲਾ ਰਣਨੀਤੀ ਸਰਕਾਰ ਦੀ ਕੀ ਹੋਊਗੀ, ਕਿਹੜੇ ਸੈਕਟਰ ਦੇ ਵਿੱਚ ਰਿਆਇਤ ਦਿੱਤੀ ਜਾ ਸਕਦੀ ਹੈ, ਇਹਨੇ ਕਿੱਥੇ ਖੋਲ੍ਹ ਦਿੱਤੀ ਜਾ ਸਕਦੀ ਆ, ਇਹ ਵੀ ਬਹੁਤ ਜ਼ਰੂਰੀ ਆ। ਔਰ ਨਾਲ ਦੀ ਨਾਲ ਇਹ ਵੀ ਜਿਹੜਾ ਮਸਲਾ, ਕਿਉਂਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਆ ਕਿ ਸੈਂਟਰ ਸਰਕਾਰ ਬਾਂਹ ਨਹੀਂ ਫੜ ਰਿਹਾ ਹੈਗਾ ਪੰਜਾਬ ਦੀ, ਔਰ ਇਸ ਕਰਕੇ ਹਰ ਰੋਜ਼ ਇੱਕ ਮਹੀਨੇ ਦਾ ਜਿਹੜਾ ਖਰਚਾ ਉਹ ਕੋਈ 3600-3700 ਕਰੋੜ ਰੁਪਈਆ ਘਾਟਾ ਪੈ ਰਿਹਾ ਹੈਗਾ, ਔਰ ਸੈਂਟਰ ਨੇ ਅਜੇ ਤੱਕ ਪੰਜਾਬ ਨੂੰ 4 ਪੈਸੇ ਵੀ ਨਹੀਂ ਦਿੱਤੇ। ਇਸ ਮਸਲੇ 'ਤੇ ਵੀ ਖੂਬ ਸਿਆਸਤ ਹੋ ਰਹੀ ਆ। ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਕਹਿ ਰਹੇ ਕਿ ਸੈਂਟਰ ਨੇ ਪੈਸਾ ਦਿੱਤਾ, ਲੇਕਿਨ ਪੰਜਾਬ ਝੂਠ ਬੋਲ ਰਹੀ ਹੈਗੀ, ਔਰ ਪੰਜਾਬ ਸਰਕਾਰ ਕਹਿ ਰਹੀ ਕਿ ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਤਾਂ ਇਸ ਕਰਕੇ ਇਸ ਮਸਲੇ 'ਤੇ ਵੀ ਖੂਬ ਸਿਆਸਤ ਹੋ ਰਹੀ ਆ। ਔਰ ਨਾਲ ਦੀ ਨਾਲ ਜਿੱਥੋਂ ਤੱਕ ਮਸਲਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਫੈਸਲਾ ਲਿਆ ਕਿ ਜਿਹੜੇ ਪੰਜਾਬ ਤੋਂ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਘੱਟੋ ਘੱਟ 21 ਦਿਨ ਇਕਾਂਤਵਾਸ 'ਚ ਰੱਖਿਆ ਜਾਊਗਾ। ਇਹ ਪੰਜਾਬ ਸਰਕਾਰ ਨੇ ਅੱਜ ਆਰਡਰ ਕਰ ਦਿੱਤੇ ਨੇ, ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜਾ ਵੀ ਪੰਜਾਬ ਆਏਗਾ, ਚਾਹੇ ਉਹਦੇ 'ਚ ਸ਼ਰਧਾਲੂ ਹੋਣ, ਚਾਹੇ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਪੰਜਾਬ ਦੇ ਵਿਦਿਆਰਥੀ ਪੜ੍ਹਨ ਗਏ ਜਾਂ ਕੋਚਿੰਗ ਲੈ ਰਹੇ ਨੇ, ਜਿਹੜੇ ਵੀ ਵਾਪਸ ਆ ਰਹੇ ਨੇ ਪੰਜਾਬੀ, ਉਹਨਾਂ ਨੂੰ 21 ਦਿਨ ਇਕਾਂਤਵਾਸ 'ਚ ਰੱਖਿਆ ਜਾਊਗਾ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਲਗਾਤਾਰ ਕੇਸ ਵੱਧਦੇ ਨੇ। ਔਰ ਕਾਂਗਰਸ ਜਿਹੜੇ MLA ਵਿਧਾਇਕਾਂ ਦੇ ਨਾਲ ਗੱਲਬਾਤ ਹੋਈ ਆ, ਉਹਨਾਂ ਵੀ ਕਿਹਾ ਕਿ ਸਰਕਾਰ ਨੂੰ ਹੋਰ ਇਹ ਜਿਹੜਾ ਮਸਲਾ ਇਹ ਹਲੇ ਕਿਉਂਕਿ ਰਿਪੋਰਟ ਆਉਣੀ ਬਾਕੀ ਆ, ਔਰ ਇਹ ਵੀ ਕਿਹਾ ਕਿ ਜਿਹੜੇ 21 ਦਿਨ ਜਿਹੜੇ ਲੋਕਾਂ ਨੂੰ ਰੱਖਿਆ ਜਾਊਗਾ, ਇਹ ਰਾਧਾ ਸੁਆਮੀ ਸਤਸੰਗ ਦੇ ਜਿਹੜੇ ਡੇਰੇ ਨੇ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ। ਇਹ ਸਰਕਾਰ ਨੇ ਆਪਣਾ ਪ੍ਰੋਗਰਾਮ ਲਿਖਿਆ ਕਿਉਂਕਿ ਜਿਸ ਤਰ੍ਹਾਂ ਹਜੂਰ ਸਾਹਿਬ ਤੋਂ ਸ਼ਰਧਾਲੂ ਆਏ ਸੀ ਨਤਮਸਤਕ ਹੋ ਕੇ, ਉਹਨਾਂ 'ਚ ਕਰੋਨਾ ਦੇ ਪੇਸ਼ੈਂਟ ਮਰੀਜ਼ ਪਾਏ ਗਏ ਨੇ, ਅਤੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਔਰ ਕਿਉਂਕਿ ਇਸ ਵੀਡੀਓ ਕਾਨਫਰੰਸਿੰਗ 'ਚ ਜਿਹੜੇ ਵਿਧਾਇਕਾਂ ਦੇ ਨਾਲ ਮੀਟਿੰਗ ਹੋਈ, ਉਹਦੇ 'ਚ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੀ ਸਨ, ਅਤੇ ਉਹਨਾਂ ਵੀ ਆਪਣੇ ਸੁਝਾਅ ਦਿੱਤੇ ਨੇ। ਔਰ ਨਾਲ ਦੀ ਨਾਲ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਕਿ ਉਹ ਸੂਬਾ ਸਰਕਾਰਾਂ ਦੀ ਬਾਂਹ ਨਹੀਂ ਫੜ ਰਹੇ, ਅਤੇ ਪੰਜਾਬ ਦੇ ਦਿੱਤੇ ਜੇ GST ਦੇ ਬਣਦੇ ਪੈਸੇ ਨੇ ਹਿੱਸਾ ਉਹ ਵੀ ਨਹੀਂ ਦਿੱਤਾ ਹੈਗਾ, ਜੋ ਸਰਾਸਰ ਗਲਤ ਹੈ। ਕਿਉਂਕਿ ਇਸ ਔਖੀ ਘੜੀ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ 19 ਜਿਹੜੇ ਵਿਅਕਤੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ, ਔਰ ਇਹ ਬਹੁਤ ਜਿਹੜੀ ਮਸਲਾ ਕਿ ਇਹ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਤੁਰੰਤ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਨੇ। ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ 'ਚ ਜਿਹੜੇ ਲਗਾਤਾਰ ਕੇਸਾਂ 'ਚ ਵਾਧਾ, ਉਹਦੇ 'ਚ ਤਬਲੀਗੀ ਜਮਾਤ ਦੇ ਲੋਕ ਹੀ ਹੁਣ ਜਿਹੜੇ ਸ਼ਰਧਾਲੂ ਆ, ਫਿਰ NRI ਨੇ। ਇਹ ਜਿਹੜਾ ਮਸਲਾ ਜਿਹੜਾ ਉੱਠਿਆ ਸਰਕਾਰ ਦੇ ਜਿਹੜੀ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕੀਤੀ ਵਿਧਾਇਕਾਂ ਦੇ ਨਾਲ, ਅਤੇ ਉਹ ਉਸ ਮਸਲੇ ਦੇ ਵਿੱਚ ਇਹ ਲੋੜ ਆ। ਔਰ ਨਾਲ ਦੀ ਨਾਲ ਜਿਹੜੇ MLA ਨੇ ਜੋਗਿੰਦਰਪਾਲ ਸਿੰਘ ਭੋਆ ਤੋਂ ਔਰ ਜਿਹੜੇ ਅਮਿਤ ਵਿਜ ਨੇ, ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜਾ ਮਸਲਾ, ਉਹਨਾਂ ਨੇ ਟੈਸਟਿੰਗ ਜਿਹੜੀ ਫੈਸਿਲਿਟੀ ਆ ਉਹਦਾ ਮਸਲਾ ਉਠਾਇਆ ਹੈਗਾ ਜੀ, ਵੈਂਟੀਲੇਟਰ ਦਾ, ਔਰ ਰਿਲੀਫ ਜਿਹੜੀ ਰਾਸ਼ਨ ਕਿੱਟ ਆ ਉਹਦੇ 'ਚ ਵੀ ਉਹਨਾਂ ਰਿਲੀਫ ਮੰਗੀ ਨੇ। ਉਹਨਾਂ ਵੱਲੋਂ ਇਹ ਜਿਹੜਾ ਮੁੱਦਾ ਉਠਾਇਆ ਗਿਆ, ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਅਤੇ ਗੁਰਦਾਸਪੁਰ ਤੋਂ ਜਿਹੜੇ ਵਿਧਾਇਕ ਨੇ ਬਰਿੰਦਰਮੀਤ ਸਿੰਘ ਪਾੜਾ, ਉਹਨਾਂ ਨੇ ਵੀ ਜਿਹੜੀ ਟੈਸਟਿੰਗ ਜਿਹੜੀ ਆ ਫੈਸਿਲਿਟੀ ਆ ਉਹਨੂੰ ਡਿਸਟ੍ਰਿਕਟ ਲੈਵਲ 'ਤੇ ਕਿਹਾ ਕਿ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਰੂਰੀ ਆ। ਕਿਉਂਕਿ ਗੁਰਦਾਸਪੁਰ ਤੋਂ ਜਿਹੜੇ ਪੇਸ਼ੈਂਟ ਆ ਉਹਨਾਂ ਦੇ ਜਿਹੜੇ ਸੈਂਪਲ ਆ ਉਹ ਅੰਮ੍ਰਿਤਸਰ ਭੇਜੇ ਜਾ ਰਹੇ ਨੇ, ਜਦ ਕਿ ਜਿਹੜੀ ਜ਼ਿਲ੍ਹਾ ਵਾਈਜ਼ ਹੋਣੀ ਚਾਹੀਦੀ ਆ। ਔਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਟੇਟ ਗੌਰਮੈਂਟ ਟਰਾਈ ਕਰ ਰਹੀ ਹੈ ਕਿ ਜਿਹੜੀ ਲੁਧਿਆਣੇ 'ਚ ਗੜਵੱਸੂ ਆ, ਗੁਰੂ ਅੰਗਦ ਦੇਵ ਜੀ ਵੈਟਰਨਰੀ ਐਂਡ ਐਨੀਮਲ ਜਿਹੜੀ ਯੂਨੀਵਰਸਿਟੀ ਆ, ਔਰ ਪਲੱਸ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ, ਉੱਥੇ ਵੀ ਜਿਹੜੇ ਟੈਸਟ ਹੋਣ ਉਹਦੀ ਜਿਹੜੀ ਪ੍ਰਵਾਨਗੀ ਆ ਉਹਦੀ ਇੰਤਜ਼ਾਰ ਕੀਤਾ ਜਾ ਰਿਹਾ। ਔਰ ਉਸ ਤੋਂ ਬਾਅਦ ਉੱਥੇ ਵੀ ਜਿਹੜੀ ਟੈਸਟਿੰਗ ਹੋਈ, ਲੇਕਿਨ ਵਿਧਾਇਕਾਂ ਦਾ ਕਹਿਣਾ ਕਿ ਉਹ ਉੱਥੇ ਜਿਹੜੀ ਜ਼ਿਲ੍ਹਾ ਪੱਧਰ 'ਤੇ ਹੋਣੀ ਚਾਹੀਦੀ ਆ। ਡਾਕਟਰ ਰਾਜ ਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ CM ਅੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਜਿਹੜਾ ਬਿੱਲ ਨੇ ਉਹ
ਵੇਵ ਕਰ ਦੇਣੇ ਚਾਹੀਦੇ ਨੇ, ਮਾफ़ ਕਰ ਦੇਣੇ ਚਾਹੀਦੇ ਨੇ। ਔਰ ਜਿਹੜੇ ਸਕੂਲ ਦੀ ਜਿਹੜੀ ਫੀਸ ਆ ਉਹ ਵੀ ਜਿਹੜੇ ਗਰੀਬਾਂ ਨੂੰ ਮਾफ़ ਕਰ ਦੇਣੀ ਚਾਹੀਦੀ ਨੇ। ਰਾਣਾ ਗੁਰਜੀਤ ਸਿੰਘ ਜਿਹੜੇ ਕਪੂਰਥਲਾ ਤੋਂ ਵਿਧਾਇਕ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਜੋ ਵੀ ਜਿਹੜੇ ਠੇਕੇ ਤੇ ਟੈਂਪਰੇਰੀ ਕੰਮ ਕਰ ਰਹੇ ਨੇ ਜਾਂ ਵਰਕਰ ਨੇ ਜਾਂ ਸਫਾਈ ਕਰਮਚਾਰੀ ਨੇ ਔਰ ਜਿਹੜੇ ਮੀਡੀਆ ਦੇ ਸਾਥੀ ਨੇ, ਮੀਡੀਆ ਦੇ ਜਿਹੜੇ ਲੋਕ ਨੇ, ਉਹਨਾਂ ਦਾ ਵੀ ਹੈਲਥ ਇੰਸ਼ੋਰੈਂਸ ਸਰਕਾਰ ਵੱਲੋਂ ਕਰਵਾਉਣੀ ਚਾਹੀਦੀ ਆ। ਕਿਉਂਕਿ ਇਹ ਜਿਹੜੇ ਲੋਕ ਨੇ, ਚਾਹੇ ਪੁਲਿਸ ਵਾਲੇ ਨੇ, ਚਾਹੇ ਮੰਡੀਆਂ ਦੇ ਵਿੱਚ ਸਰਕਾਰ ਦਾ ਅਮਲਾ ਕੰਮ ਕਰ ਰਿਹਾ ਹੈ, ਚਾਹੇ ਫਿਰ ਸਫਾਈ ਕਰਮਚਾਰੀ ਹੈ, ਚਾਹੇ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਠੇਕੇ ਤੇ ਕੰਮ ਕਰ ਰਹੇ ਜਾਂ ਬਾਕੀ ਜਿਹੜੇ ਵਿਭਾਗ ਦੇ ਜਿਹੜੇ ਠੇਕੇ ਤੇ ਕੰਮ ਕਰ ਰਹੇ ਨੇ ਕਰਮਚਾਰੀ, ਉਹਨਾਂ ਦੇ ਨਾਲ ਮੀਡੀਆ ਕਰਮਚਾਰੀਆਂ ਦਾ ਵੀ ਸਰਕਾਰ ਨੂੰ ਜਿਹੜੀ ਇੰਸ਼ੋਰੈਂਸ ਹੈ ਹੈਲਥ ਉਹ ਕਰਵਾਉਣੀ ਚਾਹੀਦੀ ਨਹੀਂ। ਇਹ ਰਾਣਾ ਗੁਰਜੀਤ ਸਿੰਘ ਵੱਲੋਂ ਮੰਗ ਉਠਾਈ ਗਈ ਆ। ਔਰ ਉਹਨਾਂ ਨੇ ਇਹ ਵੀ ਕਿਹਾ, ਸੁਝਾਅ ਦਿੱਤਾ ਕਿ ਜਿਹੜੇ ਮਿਲਕ ਆ ਉਹ ਡਰਾਈ ਮਿਲਕ ਦਾ ਜਿਹੜਾ ਪਾਊਡਰ ਆ ਉਹ ਜਿਹੜੇ ਪੀਡੀਐਸ ਸਕੀਮ ਹੁੰਦੀ ਆ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਜਿਹੜੇ ਤਹਿਤ ਆ, ਉਹ ਵੀ ਵੰਡਣੀ ਚਾਹੀਦੀ ਆ। ਜਿਹੜਾ ਸੁੱਕਾ ਦੁੱਧ ਜਿਹਨੂੰ ਕਿਹਾ ਜਾਂਦਾ, ਉਹ ਉਹਨਾਂ ਨੇ ਸੁਝਾਅ ਦਿੱਤਾ। ਖੇਮਕਰਨ ਤੋਂ ਜਿਹੜੇ ਵਿਧਾਇਕ ਨੇ ਸੁਖਪਾਲ ਸਿੰਘ ਭੁੱਲਰ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਗ੍ਰੀਨ ਵਿਲ ਜਾਂ ਗ੍ਰੀਨ ਜ਼ੋਨ ਆ ਪਿੰਡ ਆ ਜਿਨ੍ਹਾਂ ਦੇ ਵਿੱਚ ਹਜੇ ਤੱਕ ਕੋਈ ਕੇਸ ਨਹੀਂ, ਉਹਨਾਂ ਨੂੰ ਥੋੜ੍ਹੀ ਰਿਲੈਕਸੇਸ਼ਨ ਦੇ ਦੇਣੀ ਚਾਹੀਦੀ ਆ। ਅਤੇ ਕਿਉਂਕਿ ਇਹ ਉਹਨਾਂ ਨੇ ਕਿਹਾ ਕਿ ਕਈ ਜਿਹੜੇ ਸ਼ਰਧਾਲੂ ਪਿੰਡਾਂ ਵਿੱਚ ਪਹੁੰਚੇ ਹੈਗੇ ਨੇ ਅਤੇ ਉਹਨਾਂ ਦੀ ਐਂਟਰੀ ਨੂੰ ਲੈ ਕੇ ਵੀ ਜਦ ਤੱਕ ਉਹਨਾਂ ਦੀ ਜਿਹੜੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ ਤਦ ਤੱਕ ਉਹਨਾਂ ਨੂੰ ਇਕਾਂਤਵਾਸ 'ਚ ਰੱਖਿਆ ਜਾਵੇ। ਔਰ ਸੁਲਤਾਨਪੁਰ ਤੋਂ ਜਿਹੜੇ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਔਰ ਭਰਤ ਭੂਸ਼ਣ ਜਿਹੜੇ ਖੁਦ ਮੰਤਰੀ ਨੇ, ਉਹਨਾਂ ਨੇ ਵੀ ਕਿਹਾ ਕਿ ਕਈ ਜਿਹੜੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹਜਲੇ ਵੀ ਸਖਤੀ ਕਰਨ ਦੀ ਜ਼ਰੂਰਤ ਆ। ਦਸੂਆ ਤੋਂ ਐਮਐਲਏ ਅਰੁਣ ਡੋਗਰਾ ਨੇ ਵੀ ਕਿਹਾ ਕਿ ਜਿਹੜੇ ਡਰਾਈਵਰ ਦੀ ਜਿਹੜੀ ਮੌਤ ਹੋ ਚੁੱਕੀ, ਜਿਹੜੇ ਸ਼ਰਧਾਲੂ ਲੈਣ ਗਿਆ, ਉਸ 'ਤੇ ਵੀ ਉਹਨਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈਗਾ। ਬਲਵਿੰਦਰ ਸਿੰਘ ਨੇ ਵੀ ਜਿਹੜੀ ਕਿਹਾ ਕਿ ਮੰਡੀਆਂ ਦੇ ਵਿੱਚ ਉਹਨਾਂ ਨੇ ਕਣਕ ਦੀ ਲਿਫਟਿੰਗ ਨੂੰ ਲੈ ਕੇ ਮੁੱਦਾ ਉਠਾਏਗਾ। ਪ੍ਰਗਟ ਸਿੰਘ ਨੇ ਜਿਹੜੀ ਇੰਡਸਟਰੀ ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ ਨੇ ਉਹਨੂੰ ਲੈ ਕੇ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਔਰ ਇਸੇ ਤਰ੍ਹਾਂ ਹੀ ਜਿਹੜੇ ਬਾਵਾ ਹੈਨਰੀ ਨੇ, ਜੂਨੀਅਰ ਬਾਵਾ ਜਿਹੜੇ ਜਲੰਧਰ ਨਾਰਥ ਤੋਂ ਵਿਧਾਇਕ ਨੇ, ਉਹਨਾਂ ਆਈਸੋਲੇਸ਼ਨ ਦੀ ਗੱਲ ਕੀਤੀ ਹੈਗੀ ਆ। ਸੁਸ਼ੀਲ ਰਿੰਕੂ ਜਿਹੜੇ ਜਲੰਧਰ ਵੈਸਟ ਤੋਂ ਵਿਧਾਇਕ ਨੇ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਮਜਨੂ ਕਾ ਟਿੱਲਾ ਗੁਰਦੁਆਰੇ ਤੋਂ ਵਾਪਸ ਲਿਆਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ, ਉਹਨਾਂ ਵੱਲੋਂ ਪਹਿਲਾਂ ਹੀ ਦਿੱਲੀ ਸਰਕਾਰ ਨੂੰ ਵੀ ਲੈਟਰ ਲਿਖਿਆ ਗਿਆ। ਔਰ ਦਰਸ਼ਨ ਲਾਲ ਜਿਹੜੇ ਬਲਾਚੌਰ ਤੋਂ ਵਿਧਾਇਕ, ਉਹਨਾਂ ਨੇ ਵੀ ਸੁਝਾਅ ਦਿੱਤੇ ਨੇ। ਗੁਰਪ੍ਰੀਤ ਸਿੰਘ ਜੀਪੀ ਜਿਹੜੇ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਨੇ, ਉਹਨਾਂ ਨੇ ਵੀ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਬੱਸੀ ਪਠਾਣਾ ਦੇ ਵਿੱਚ ਮੈਗਾ ਮਿਲਕ ਪਲਾਂਟ ਆ ਉਹਨੂੰ ਚਾਲੂ ਕਰਨ ਦੀ ਮੰਗ ਕੀਤੀ ਹੈਗੀ, ਕਿਉਂਕਿ ਉਹ ਬਹੁਤ ਜ਼ਰੂਰੀ ਆ। ਲੇਕਿਨ ਤੁਹਾਨੂੰ ਇਹ ਦੱਸ ਦਈਏ ਕਿ 19 ਵਿਧਾਇਕ ਨੇ ਜਿਹੜੇ ਅੱਜ ਵੀਡੀਓ ਕਾਨਫਰੰਸਿੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਸੀ। ਉਸ ਸੂਚੀ ਦੇ ਵਿੱਚ ਸਾਬਕਾ ਮੰਤਰੀ ਤੇ ਜਿਹੜੇ ਮੌਜੂਦਾ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ, ਉਹ ਇਸ ਮੀਟਿੰਗ 'ਚ ਸ਼ਾਇਦ ਨਹੀਂ ਜੁੜੇ। ਇਸੇ ਕਰਕੇ ਜੋ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਆ, ਹਰ ਇੱਕ ਵਿਧਾਇਕ ਦਾ ਸਰਕਾਰ ਵੱਲੋਂ ਵੇਰਵਾ ਪਾਇਆ ਗਿਆ, ਵੇਰਵਾ ਦੱਸਿਆ ਗਿਆ ਕਿ ਇਸ ਵਿਧਾਇਕ ਨੇ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਕਿਹੜੀ ਮੰਗ ਰੱਖੀ, ਕਿਹੜੇ ਸੁਝਾਅ ਦਿੱਤੇ ਨੇ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਇਸ ਪ੍ਰੈਸ ਬਿਆਨ ਦੇ ਵਿੱਚ ਜੋ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ, ਉਹਦੇ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਆ। ਅਤੇ ਇਸ ਤੋਂ ਇਹ ਅੰਦਾਜ਼ਾ ਲੱਗਦਾ ਕਿ ਉਹ ਸ਼ਾਇਦ ਉਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ, ਉਹਨਾਂ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ। ਕਿਉਂਕਿ ਜਿਹੜੇ ਵਿਧਾਇਕ ਨੇ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ, ਉਹ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਉਹਨਾਂ ਨੂੰ ਜਾਣਾ ਸੀ। 3 ਵਜੇ ਮੀਟਿੰਗ ਹੋਈ ਸੀ, ਕਿਉਂਕਿ ਵੀਡੀਓ ਕਾਨਫਰੰਸਿੰਗ ਦਾ ਜਿਹੜਾ ਪੂਰਾ ਸਿਸਟਮ ਉਹ ਡਿਪਟੀ ਕਮਿਸ਼ਨਰ ਲੈਵਲ ਦੇ ਉਹਨਾਂ ਦੇ ਡੀਸੀ ਆਫਿਸ ਦੇ ਵਿੱਚ ਲਾਜ਼ਮੀ ਤੌਰ 'ਤੇ ਸੈਟਅਪ ਆ, ਅਤੇ ਉੱਥੇ ਹੀ ਵਿਧਾਇਕਾਂ ਨੂੰ ਪਹੁੰਚਣ ਵਾਸਤੇ ਕਿਹਾ ਗਿਆ ਸੀ। ਔਰ ਇਹ ਕਰੀਬ 19 ਵਿਧਾਇਕਾਂ ਨੇ ਅੱਜ ਹਿੱਸਾ ਲਿਆ ਔਰ ਉਹਦੇ 'ਚ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਸ਼ਾਇਦ ਸ਼ਮੂਲੀਅਤ ਨਹੀਂ ਆਈ। ਇਸੇ ਕਰਕੇ ਜਿਹੜੀ ਸਰਕਾਰ ਵੱਲੋਂ ਜਾਣਕਾਰੀ ਨਹੀਂ ਪ੍ਰੋਵਾਈਡ ਕੀਤੀ ਗਈ, ਔਰ ਇਹ ਜਿਹੜਾ ਮਸਲਾ ਹੈਗਾ। ਔਰ ਨਾਲ ਦੀ ਨਾਲ ਇਹ ਵੀ ਤੁਹਾਨੂੰ ਦੱਸ ਦੇ ਕਿ ਪੰਜਾਬ ਕਾਂਗਰਸ ਦੇ ਜਿਹੜਾ ਸੂਬਾ ਪ੍ਰਧਾਨ ਆ ਸੁਨੀਲ ਜਾਖੜ, ਉਹਨਾਂ ਨੇ ਜਿਹੜੀ ਅੱਜ ਮੀਟਿੰਗ ਹੋਈ ਆ ਉਹਦੇ 'ਚ ਵੀ ਆਪਣੀ ਜਿਹੜੀ ਸ਼ਮੂਲੀਅਤ ਦਰਜ ਕਰਵਾਈ ਆ। ਔਰ ਉਹਨਾਂ ਕਿਹਾ ਕਿ 1 ਮਈ ਨੂੰ
1 ਮਈ ਨੂੰ ਸੈਂਟਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਦੇ ਵਿਰੋਧ ਦੇ ਵਿੱਚ ਹਰ ਘਰ ਦੇ ਵਿੱਚ ਨੈਸ਼ਨਲ ਤਿਰੰਗਾ ਲਹਿਰਾਇਆ ਜਾਵੇ 1 ਮਈ ਨੂੰ। ਔਰ ਤੁਹਾਨੂੰ ਪਤਾ ਕਿ 1 ਮਈ ਨੂੰ ਮਜ਼ਦੂਰ ਦਿਵਸ ਹੁੰਦਾ ਤੇ ਉਸ ਦਿਨ ਕਾਂਗਰਸ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਔਰ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਤਿਰੰਗਾ ਲਹਿਰਾਇਆ ਜਾਵੇ। ਇਹ ਸਰਕਾਰ ਪੰਜਾਬ ਕਾਂਗਰਸ ਨੇ ਫੈਸਲਾ ਹੈ, ਉਹਨਾਂ ਕਿਹਾ ਕਿ ਇਹ ਜਿਹੜਾ ਦੂਜਾ ਮਸਲਾ ਕਿ ਇੱਕ ਪਾਸੇ ਸੈਂਟਰ ਸਰਕਾਰ ਵੀ ਮਦਦ ਨਹੀਂ ਕਰ ਰਹੀ ਤੇ ਮਜ਼ਦੂਰ ਦਿਵਸ ਬਾਰੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇਹ ਕਿੱਡਾ ਵੱਡਾ ਦਿਖਾਂਤ ਹੋਇਆ ਸੀ ਤੇ 1 ਮਈ ਨੂੰ ਹੀ ਮਜ਼ਦੂਰਾਂ ਦਾ ਕਤਲ ਕੀਤਾ ਗਿਆ, ਉਸੇ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਤੇ ਉਹ ਵੀ ਇੱਕ ਵਿਤਕਰੇ ਦੀ ਨਿਸ਼ਾਨੀ ਆ। ਤੇ ਸ਼ਾਇਦ ਇਸੇ ਕਰਕੇ ਕਾਂਗਰਸ ਪਾਰਟੀ ਨੇ ਹੁਣ 1 ਮਈ ਨੂੰ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਸੈਂਟਰ ਸਰਕਾਰ ਪੰਜਾਬ ਦੀ ਬਾਂਹ ਨਹੀਂ ਫੜ ਰਿਹਾ, ਇਸ ਕਰਕੇ ਰੋਸ ਦੇ ਵਜੋਂ ਵਿਤਕਰੇ ਦੇ ਵਜੋਂ 1 ਤਰੀਕ ਨੂੰ ਆਪਣੇ ਆਪਣੇ ਘਰਾਂ ਦੇ ਅੱਗੇ ਤਿਰੰਗਾ ਝੰਡਾ ਲਹਿਰਾਉਣਾ ਚਾਹੀਦਾ। ਇਹ ਜਿਹੜਾ ਫੈਸਲਾ ਲਿਆ ਗਿਆ ਉਹ ਸੁਨੀਲ ਜਾਖੜ ਵੱਲੋਂ। ਤੇ ਕੁੱਲ ਮਿਲਾ ਕੇ ਇਹ ਜਿਹੜੀ ਪੰਜਾਬ ਦੀ ਅੱਜ ਕਰੋਨਾ ਨੂੰ ਲੈ ਕੇ ਕੀ ਸਥਿਤੀ ਆ ਔਰ ਹੋਰ ਜਿਹੜਾ ਕਰੋਨਾ ਦੇ ਜਿਹੜੇ ਸਾਈਡ ਇਫੈਕਟ ਨੇ ਉਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਆਪਣਾ ਪੱਖ ਰੱਖਿਆ, ਆਮ ਆਦਮੀ ਪਾਰਟੀ ਨੇ ਕੀ ਪੱਖ ਰੱਖਿਆ ਤੇ ਸੱਤਾਧਾਰ ਪਾਰਟੀ ਕਾਂਗਰਸ ਪਾਰਟੀ ਨੇ ਕੀ ਪੱਖ ਰੱਖੇਗਾ, ਇਸ ਮਸਲੇ 'ਚ ਕਰੋਨਾ ਮਹਾਮਾਰੀ ਨੂੰ ਲੈ ਕੇ ਜਿਹੜੀ ਜੰਗ ਛਿੜੀ ਆ ਉਸ ਛਿੜੀ ਜੰਗ ਦੇ ਵਿੱਚ ਕਈ ਮੁੱਦਿਆਂ ਤੇ ਸਿਆਸਤ ਵੀ ਹੋ ਰਹੀ ਆ। ਔਰ ਸ਼ਾਇਦ ਕਿਉਂਕਿ ਸਿਆਸੀ ਲੋਕਾਂ ਨੂੰ ਉਹਨਾਂ ਚਿਰ ਰੋਟੀ ਕੀ ਇੱਕ ਬੁਰਕੀ ਵੀ ਹਜਮ ਨਹੀਂ ਹੁੰਦੀ ਜਦ ਤੱਕ ਉਹ ਸਿਆਸਤ ਨਹੀਂ ਕਰਦੇ। ਲੇਕਿਨ ਸਮਾਂ ਬਹੁਤ ਮਾੜਾ, ਬਹੁਤ ਔਖੇ ਦਿਨ ਆ, ਸ਼ਾਇਦ ਉਹ ਔਖੇ ਦਿਨਾਂ ਦੀ ਨਜ਼ਾਕਤ ਨੂੰ ਨਹੀਂ ਸਮਝ ਰਹੇ। ਲੇਕਿਨ ਇਸ ਵਾਰ ਅਸੀਂ ਫਿਰ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਔਖੇ ਦਿਨ ਆ ਇਹ ਰਲ ਮਿਲ ਕੇ ਕੱਟਣੇ ਪੈਣਗੇ ਔਰ ਇਹ ਜਿਹੜੀ ਮਹਾਮਾਰੀ ਫੈਲੀ ਹੋਈ ਆ ਉਹਨੂੰ ਹਰਾਉਣ ਵਾਸਤੇ ਸਾਡਾ ਸਿਰਫ ਇੰਨਾ ਹੀ ਫਰਜ਼ ਆ, ਸਬਰ ਸੰਤੋਖ ਔਰ ਜਿਹੜੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਮੰਨੋ। ਘਰ ਵਿੱਚ ਰਹਿ ਕੇ ਜਿਹੜੇ ਰਹਿਣ ਦੀ ਜਿਹੜੀ ਸਰਕਾਰ ਨੇ ਕਿਹਾ ਕਿ ਜਿਹੜਾ ਫਿਜ਼ੀਕਲ ਡਿਸਟੈਂਸ ਆ ਉਹ ਜ਼ਰੂਰ ਰੱਖੋ। ਇੰਨੀ ਕੀ ਅਸੀਂ ਛੋਟਾ ਜਿਹਾ ਹੀ ਹੈ ਅਗਰ ਆਪਣਾ ਫਰਜ਼ ਨੂੰ ਸਮਝ ਲਿਆ, ਜ਼ਿੰਮੇਵਾਰੀ ਨਿਭਾ ਲਈ ਤੇ ਲਾਜ਼ਮੀ ਤੌਰ ਤੇ ਅਸੀਂ ਇਹ ਲੜਾਈ ਜਿੱਤਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ।